ਅੱਜ ਆਪਾਂ ਸ਼ੁਰੂ ਕਰਨਾ ਹੈਗਾ यूनिट 5 मोशन ऑफ सिस्टम ऑफ पार्टिकल्स एंड रिजिड बॉडी। ਇਹਦਾ ਆਪਾਂ करना ਅੱਜ चैप्टर फर्स्ट अपने पास की हैगा वा सेंटर ऑफ मास। ठीक है, हुण ਇਹਦੇ ਵਿੱਚ ਆਪਾਂ ਪੜ੍ਹੀਏ ਵੀ सेंटर ऑफ मास ਹੁੰਦਾ ਕੀ ਹੈ। ਬਟ सेंटर ऑफ मास ਕੀ ਹੁੰਦਾ ਵਾ, ਕਿਸੇ ਵੀ ਕੋਈ ਬॉडी है, कोई रिजिड बॉडी है ना। रिजिड बॉडी ਕਿਹੜੀ ਹੁੰਦੀ ਹੈ ਵੀ ਜਿਹਦੀ ਆਪਾਂ ਸ਼ੇਪ ਚੇਂਜ ਨਹੀਂ ਕਰ ਸਕਦੇ ਹੈ ਨਾ, ਰਿजिड बॉडी ਉਹ ਹੁੰਦੀ ਹੈ। ਜਿਵੇਂ ਨਾ ਹੁਣ ਟੇਬਲ ਹੈ, ਟੇਬਲ ਨੂੰ ਆਪਾਂ ਕੀ ਇੱਕ ਰਿजिड बॉडी ਹੈ, ਉਹਦੀ ਆਪਾਂ ਸ਼ੇਪ ਨਹੀਂ ਨਾ ਚੇਂਜ ਕਰ ਸਕਦੇ ਫੋਰਸ ਲਗਾ ਕੇ, ਹੈ ਨਾ। ਜਿਹਦੀ ਸ਼ੇਪ ਇਸ ਤਰ੍ਹਾਂ ਚੇਂਜ ਨਹੀਂ ਕੀਤੀ ਜਾ ਸਕਦੀ ਉਹ ਰਿजिड बॉडी ਹੈ। ਤਾਂ ਹੁਣ ਜਿਵੇਂ ਆਪਣੇ ਕੋਲ ਮੰਨ ਲਓ ਕਿ ਇਹ ਰਿजिड बॉडी ਹੈ, ਤਾਂ ਇਹਦਾ ਜਿਹੜਾ ਸਾਰਾ ਮਾਸ ਹੈਗਾ ਵਾ ਉਹ ਮੰਨਿਆ ਜਾਂਦਾ ਕਿ ਇੱਕ ਪੁਆਇੰਟ 'ਤੇ ਸੈਂਟਰ ਹੁੰਦਾ। ਮੰਨ ਲਓ ਕਿ ਆਹ ਪੁਆਇੰਟ ਹੈ, ਇਸ ਪੁਆਇੰਟ 'ਤੇ ਸੈਂਟਰ ਆ। ਜੇ ਆਪਾਂ ਇਸ ਪੁਆਇੰਟ 'ਤੇ ਇਸ ਬॉडी ਨੂੰ ਬੈਲੈਂਸ ਕਰ ਦਾਂਗੇ ਨਾ, ਤਾਂ ਬॉडी ਬੈਲੈਂਸ ਹੋ ਜਾਊਗੀ। ਠੀਕ ਹੈ, ਤਾਂ ਉਹ ਜਿਹੜਾ ਪੁਆਇੰਟ ਹੁੰਦਾ ਜਿਹਦੇ 'ਤੇ ਬॉडी ਬੈਲੈਂਸ ਹੋ ਜਾਂਦੀ ਹੈ ਇੱਕ ਸਿੰਗਲ ਪੁਆਇੰਟ 'ਤੇ, ਉਹ ਕੀ ਹੁੰਦਾ ਆਪਣੇ ਪਾਸ ਸੈਂਟਰ ਆਫ ਮਾਸ। ਵੀ ਇਹ ਤਾਂ ਮੰਨਿਆ ਜਾਂਦਾ ਵੀ ਇਸ ਪੁਆਇੰਟ 'ਤੇ ਹੀ ਸਾਰੀ ਬॉडी ਦਾ ਮਾਸ ਲਾਈ ਕਰਦਾ ਹੈਗਾ, ਸਾਰੀ ਬॉडी ਦਾ ਮਾਸ ਇਸ ਪੁਆਇੰਟ 'ਤੇ ਹੀ ਹੈਗਾ ਵਾ। ਠੀਕ ਹੈ, ਤਾਂ ਇਹ ਆਪਣੇ ਪਾਸ ਇਹਦਾ ਕਨਸੈਪਟ ਸੀਗਾ ਸੈਂਟਰ ਆਫ ਮਾਸ ਦਾ ਨਾ। ਸੈਂਟਰ ਆਫ ਮਾਸ ਕੀ ਹੁੰਦਾ ਹੈ, ਤਾਂ ਇਹਦੀ ਡੈਫੀਨੇਸ਼ਨ ਕੀ ਹੈ, ਦਾ ਪੁਆਇੰਟ in the system where the whole mass of system can be supposed to be concentrated। ਇਹਦੇ 'ਤੇ ਹੀ ਕੰਸਨਟਰੇਟਡ ਹੁੰਦਾ ਹੈ। ਠੀਕ ਹੈ, ਇਜ਼ ਕਾਲਡ ਸੈਂਟਰ ਆਫ ਮਾਸ ਆਫ ਦਾ ਸਿਸਟਮ। ਹੁਣ ਇਹਦੇ ਵਿੱਚ ਤੁਸੀਂ ਇਹ ਦੇਖ ਸਕਦੇ ਹੋ, ਦੇਖੋ ਮੰਨ ਲਓ ਕਿ ਆਪਾਂ ਕੋਈ ਸਟਿੱਕ ਲੈਂਦੇ ਜਾਂ ਸਕੇਲ ਹੀ ਲੈ ਲਓ ਨਾ। ਸਕੇਲ ਨੂੰ ਆਪਾਂ ਬੈਲੈਂਸ ਕਰਦੇ ਹਾਂ, ਸਕੇਲ ਹੈ ਉਹਨੂੰ ਬੈਲੈਂਸ ਕਰਦੇ ਹਾਂ। ਉਹ ਬੈਲੈਂਸ ਮੰਨ ਲਓ ਕਿ ਇੱਥੇ ਹੋ ਰਿਹਾ ਵਾ, ਇਸ ਪੁਆਇੰਟ 'ਤੇ ਹੈ ਨਾ ਬੈਲੈਂਸ ਹੋ ਰਿਹਾ। ਤਾਂ ਮਤਲਬ ਕਿ ਉਹਦਾ ਕੀਤਾ ਜਾਂਦਾ, ਮੰਨਿਆ ਜਾਂਦਾ ਵਾ ਵੀ ਜੇ ਆਪਾਂ ਦੂਸਰੇ ਬੈਲੈਂਸ ਕਰਦੇ ਹਾਂ ਤਾਂ ਉਹ ਇਸ ਪੁਆਇੰਟ 'ਤੇ ਬੈਲੈਂਸ ਹੋਊਗਾ। ਤਾਂ ਉਹ ਆਪਣੇ ਪਾਸ ਕੀ ਮੰਨਿਆ ਜਾਂਦਾ ਵਾ, ਇਸ ਪੁਆਇੰਟ, ਆਹ ਪੁਆਇੰਟ ਕੀ ਆ, ਸੈਂਟਰ ਆਫ ਮਾਸ। ਠੀਕ ਹੈ, ਓਕੇ। ਉਸ ਤੋਂ ਬਾਅਦ ਆਪਾਂ ਕਰਨਾ ਵਾ ਟੂ ਫਾਈਂਡ ਦ ਸੈਂਟਰ ਆਫ ਮਾਸ। ਅੱਗੇ ਟੌਪਿਕ ਸੈਕਿੰਡ ਵਾਲਾ ਟੌਪਿਕ ਹੈ to find center of mass of a system of particles lying along straight line। to find the center of mass of system of particle laying along a straight line। ਸਟੇਟ ਲਾਈਨ 'ਤੇ ਜਿਹੜੇ ਪਾਰਟੀਕਲਸ ਪਏ ਨੇ ਉਹਨਾਂ ਦਾ ਆਪਾਂ ਸੈਂਟਰ ਆਫ ਮਾਸ ਕੱਢਣਾ ਕਿਵੇਂ ਹੋਊਗਾ। ਮੰਨ ਲਓ ਇੱਕ ਮਾਸ ਆਪਣੇ ਕੋਲ ਪਾਰਟੀਕਲ ਆ ਪਿਆ ਵਾ ਜਿਹਦਾ ਮਾਸ ਕੀ ਹੈ m1 ਹੈ। ਇੱਕ ਪਾਰਟੀਕਲ ਮੇਰੇ ਕੋਲ ਆ ਪਿਆ ਜਿਹਦਾ ਮਾਸ ਕੀ ਹੈ m2 ਹੈ। ਆਪਾਂ ਇਹਦਾ ਸੈਂਟਰ ਆਫ ਮਾਸ ਮੰਨ ਕੇ ਚੱਲੇ, ਚਲੋ ਮੰਨ ਲਓ ਕਿ ਇੱਥੇ ਹੈ ਸੈਂਟਰ ਆਫ ਮਾਸ ਸੀ, ਹੈ ਨਾ। ਆਪਾਂ ਉਹਦਾ ਪਤਾ ਕਰਨਾ ਵਾ ਟੂ ਫਾਈਂਡ ਦਾ ਸੈਂਟਰ ਆਫ ਮਾਸ ਸੀ, ਕਿਹੜੀ ਪੋਜੀਸ਼ਨ 'ਤੇ ਹੈਗਾ ਵਾ। ਠੀਕ ਹੈ, ਹੁਣ ਸੀ ਦੀ ਪੋਜੀਸ਼ਨ ਪਤਾ ਕਰਨ ਲਈ ਆਪਾਂ ਕੀ ਕਰਾਂਗੇ, ਪਹਿਲਾਂ ਦੇ ਕਿਉਂਕਿ ਆਹ ਦੇਖੋ ਜਿਹੜੀ ਸਿੰਗਲ ਲਾਈਨ 'ਤੇ ਜੇ ਸਟ੍ਰੇਟ ਲਾਈਨ 'ਤੇ ਪਏ ਹੁੰਦੇ ਆ ਉਹ ਕੀ ਹੁੰਦੇ ਨੇ, ਇੱਧਰ ਜੇ ਆਪਾਂ ਐਕਸ ਐਕਸਿਸ ਲਈਏ, ਆ ਕੀ ਐਕਸ ਐਕਸਿਸ 'ਤੇ ਨੇ। ਠੀਕ ਹੈ, ਅਤੇ ਆਪਣੇ ਕੋਲ ਓਰੀਜਨ ਹੋ ਗਿਆ, ਆਪਣੇ ਕੋਲ ਕੀ ਹੋ ਗਈ, ਐਕਸ ਐਕਸਿਸ ਹੋ ਗਈ। ਹੁਣ ਇਹਦੇ ਵਿੱਚ ਦੇਖੋ ਜਿਹੜਾ m1 ਦਾ ਓਰੀਜਨ ਤੋਂ ਡਿਸਟੈਂਸ ਕੀ ਆ, ਮੰਨ ਲਓ ਕਿ x1 ਹੈ। m1 ਦਾ ਓਰੀਜਨ ਤੋਂ ਡਿਸਟੈਂਸ x1 ਹੈ। m2 ਦਾ ਓਰੀਜਨ ਤੋਂ ਡਿਸਟੈਂਸ ਕਿੰਨਾ ਵਾ, x2 ਹੈ। ਠੀਕ ਹੈ, ਇਹਦਾ ਮੰਨ ਲਓ ਵੀ ਸੀ ਦਾ ਸੈਂਟਰ ਆਫ ਮਾਸ ਜਿਹੜਾ ਅਸੀਂ ਮੰਨਿਆ ਵਾ ਵੀ ਮੰਨ ਕੇ ਵੀ ਇੱਥੇ ਹੈਗਾ ਵਾ, ਅਤੇ ਇਹਦਾ ਡਿਸਟੈਂਸ ਕਿੰਨਾ ਵਾ, x ਹੈ ਮੰਨ ਲਓ। ਠੀਕ ਹੈ, ਇਹ ਹੁਣ ਜਿਹੜਾ ਇਹ x ਹੈਗਾ ਵਾ ਆਪਾਂ ਇਹ ਪਤਾ ਕਰਨਾ ਵੀ x ਕਿਹੜੀ ਪੋਜੀਸ਼ਨ 'ਤੇ ਹੈਗਾ ਵਾ, ਇਹਦੀ ਪੋਜੀਸ਼ਨ ਪਤਾ ਕਰਨੀ ਆ ਵੀ ਓਰੀਜਨ ਤੋਂ ਇਹਦਾ ਡਿਸਟੈਂਸ ਕਿੰਨਾ ਵਾ। ਠੀਕ ਹੈ, ਉਹ ਪਤਾ ਕਰਨਾ ਹੈਗਾ ਵਾ। ਤਾਂ ਆਪਣੇ ਪਾਸ ਕੀ ਆਊਗਾ,
सारा कुछ पहला सारा कुछ लिखना है, ठीक है। भी M1 M2 द मास ऑफ द पार्टिकल्स, तो लिख देने आप M1 M2 भी द मास ऑफ 2 पार्टिकल्स, x1 is the distance, x1 is the distance of M1 from O, and x2 is the distance of M2 from O. Let x be the distance of center of mass from origin, ठीक है। ਤਾਂ ਉਹ ਜਿਹੜਾ x ਹੋਊਗਾ ਉਹ ਹੁਣ ਆਪਾਂ ਡਿਸਟੈਂਸ ਕੱਢਣਾ ਵਾ, ਤੇ ਡਿਸਟੈਂਸ ਇਹਨੇ ਕਿਵੇਂ ਦਿੱਤਾ ਜਾਊਗਾ, x ਜਿਹੜਾ ਹੈਗਾ ਵਾ ਉਹ ਕੀ ਹੋਊਗਾ m1 x1 ਮਾਸ ਨੂੰ ਉਹਦੀ ਡਿਸਟੈਂਸ ਨਾਲ ਮਲਟੀਪਲਾਈ ਕਰ ਦੇਣਾ, ਪਲੱਸ ਜਿਹੜਾ m2 ਆ ਉਹਨੂੰ ਉਹਦੇ ਡਿਸਟੈਂਸ ਨਾਲ ਮਲਟੀਪਲਾਈ ਕਰ ਦੇਣਾ, ਡਿਵਾਈਡ ਬਾਈ ਉਹਦੀ ਮਾਸ ਦੇ ਨਾਲ ਹੀ ਡਿਵਾਈਡ ਕਰ ਦੇਣਾ ਉਹਨੂੰ, ਤੇ ਆਪਣੇ ਪਾਸ ਇਹਦਾ ਡਿਸਟੈਂਸ ਆਊਗਾ ਸੈਂਟਰ ਆਫ ਮਾਸ ਦਾ ਇਹ ਵਾਲਾ, ਠੀਕ ਹੈ। ਓਕੇ, ਤਾਂ ਉਹ ਆ ਗਿਆ, ਤੇ ਇਹ ਮਤਲਬ ਕੀ ਹੋ ਗਿਆ, ਮੀਨ ਹੋ ਗਿਆ ਨਾ ਇਹ, the distance of the center of mass of a system of 2 particles from the origin is equals to the mass weighted mean of their distance from the origin, ठीक है। ਇਹ ਜਿਹੜਾ ਹੈਗਾ ਮਾਸ weighted mean ਹੈਗਾ ਵਾ, ਮਾਸ weighted mean of their distance from the origin। ਆ ਆਪਣੇ ਪਾਸ ਸੈਂਟਰ ਆਫ ਮਾਸ ਦੀ ਪੋਜੀਸ਼ਨ ਆ ਗਈ, ਲੋਕੇਸ਼ਨ ਆ ਗਈ ਵੀ ਇਹ ਇੱਥੇ ਪਿਆ ਹੋਊਗਾ, ਠੀਕ ਹੈ। ਇਹ ਇੰਨੇ ਡਿਸਟੈਂਸ 'ਤੇ ਪਿਆ ਹੋਊਗਾ ਓਰੀਜਨ ਨਾਲੋਂ, ਓਕੇ। ਹੁਣ ਇਹਦੇ 'ਚ ਅਗਰ ਸਪੈਸ਼ਲ ਕੇਸ ਕਰੀਏ, ਜੇ ਆਪਾਂ M1 M2 ਇਕਲਸ ਟੂ M2 ਇਕਲਸ ਟੂ M ਲੈ ਕੇ ਚੱਲੀਏ, ਮਤਲਬ ਕਿ ਮੰਨ ਕੇ ਚੱਲੀਏ ਜਿਹੜੇ 2 ਪਾਰਟੀਕਲ ਸਾਡੇ ਕੋਲ ਪਏ ਹੋਏ ਸੀਗੇ ਉਦੋਂ ਨਹੀਂ ਇਕੁਅਲ ਵੇਟ ਦੇ ਆ, ਤਾਂ ਫਿਰ ਸਾਡਾ ਸੈਂਟਰ ਆਫ ਮਾਸ ਕਿੱਥੇ ਹੋਊਗਾ, ਹੈ ਨਾ। ਦੋਨੇ ਇਕੁਅਲ ਵੇਟ ਦੇ ਆ ਤਾਂ ਸਾਡਾ ਸੈਂਟਰ ਆਫ ਮਾਸ ਕਿੱਥੇ ਹੋਊਗਾ, ਫਾਰਮੂਲੇ 'ਚ ਪੁੱਟ ਕਰਦੀ M1 M2 M ਦੇ, ਹੈ ਨਾ। M ਪੁੱਟ ਕਰਦੀ, x1 ਉਵੇਂ ਆ ਗਿਆ, M ਉਵੇਂ ਆ ਗਈ, x2 ਉਵੇਂ ਆ ਗਿਆ, ਨੀਚੇ ਕੀ ਆ ਗਿਆ M1 M ਕਿੰਨਾ ਗਿਆ M x1 ਪਲੱਸ x2 ਓਵਰ 2m, M ਕੈਂਸਲ, ਮੇਰੇ ਕੋਲ ਕੀ ਆ ਗਿਆ x1 ਪਲੱਸ x2 ਓਵਰ 2। ਆ ਦੇਖੋ ਮਿਡ ਪੁਆਇੰਟ ਫਾਰਮੂਲਾ ਨਾ, ਮਤਲਬ ਕਿ ਜਿਹੜਾ ਜਦੋਂ ਆਪਣੇ ਪਾਸ ਮਾਸ ਦੋਨੇ ਬਰਾਬਰ ਹੈਗੇ ਆ ਤਾਂ ਜਿਹੜਾ ਸੈਂਟਰ ਆਫ ਮਾਸ ਹੁੰਦਾ ਸਾਡਾ ਉਹ ਸੈਂਟਰ ਇਹਦਾ ਸੈਂਟਰਲ ਮਿਡ ਪੁਆਇੰਟ ਹੁੰਦਾ ਵਾ, ਮਿਡ ਪੁਆਇੰਟ ਮਤਲਬ ਕਿ M ਤੇ M ਜਿਹੜੇ 2 ਆਪਾਂ ਪਾਰਟੀਕਲਸ ਲਏ ਨੇ ਇੱਕੋ ਮਾਸ ਦੇ, ਤਾਂ ਉਹਨਾਂ ਦਾ ਜਿਹੜਾ ਸੈਂਟਰ ਆਫ ਮਾਸ ਹੁੰਦਾ ਵਾ ਉਹਦਾ ਮਿਡ ਪੁਆਇੰਟ ਹੁੰਦਾ ਵਾ, ਠੀਕ ਹੈ। ਇਹ ਚੀਜ਼ ਯਾਦ ਰੱਖਣੀ ਆ। ਤਾਂ ਉਹਦੇ ਵਿੱਚ ਦੇਖੋ ਜਿਹੜਾ ਸਕੇਲ ਹੈਗਾ ਨਾ ਹਮੇਸ਼ਾ ਮਿਡ ਪੁਆਇੰਟ 'ਤੇ ਬੈਲੈਂਸ ਹੁੰਦਾ ਵਾ, ਕਿਉਂਕਿ ਉਹਦੇ ਆਸੇ ਪਾਸੇ ਇੱਕੋ ਵੇਟ ਹੁੰਦਾ ਵਾ, ਠੀਕ ਹੈ। ਉਹ ਮਿਡ ਪੁਆਇੰਟ 'ਤੇ ਹੀ ਬੈਲੈਂਸ ਹੁੰਦਾ ਹੈ। x1 ਪਲੱਸ x2 ਜਿਵੇਂ ਤੱਕੜੀ ਹੈ, ਤੱਕੜੀ ਵੀ ਦੇਖੋ ਉਹਦੇ ਮਿਡ ਪੁਆਇੰਟ 'ਤੇ ਹੀ ਜਾ ਕੇ ਬੈਲੈਂਸ ਹੁੰਦੀ ਹੈ। ਜਦੋਂ ਆਪਾਂ ਤਾਂ ਚੁੱਕਦੇ ਆ ਨਾ ਉਹਦਾ ਸੈਂਟਰ ਆਫ ਮਾਸ ਕੀ ਉਹਦੇ ਮਿਡ ਪੁਆਇੰਟ 'ਤੇ ਲਾਈ ਕਰਦਾ, ਜਦੋਂ ਆਪਾਂ ਨੂੰ ਤੱਕੜੀ ਨੂੰ ਚੁੱਕਦੇ ਹੈਗੇ ਆ। ਜਿਵੇਂ ਤੱਕੜੀ ਆਪਣੇ ਕੋਲ ਇੱਥੇ ਬਣੀ ਹੋਈ ਨਾ, ਜਿਵੇਂ ਆਹ ਤੱਕੜੀ ਨੂੰ ਚੁੱਕਿਆ ਜਾਂਦਾ ਇੱਥੇ, ਤਾਂ ਆਪਣੇ ਪਾਸ ਇਹ ਇੱਦਾਂ ਹੁੰਦੀ ਹੈ ਨਾ। ਹੁਣ ਇਹਦਾ ਜਿਹੜਾ ਸੈਂਟਰ ਆਫ ਮਾਸ ਹੈਗਾ ਵਾ ਉਹ ਕੀ ਆ ਇੱਥੇ ਲਾਈ ਕਰਦਾ ਵਾ। ਜਦੋਂ ਅਸੀਂ ਇੱਥੇ ਚੁੱਕ ਲੈਂਦੇ ਹਾਂ ਇਹਨੂੰ ਤਾਂ ਦੋਨੇ ਬਰਾਬਰ ਹੋ ਜਾਂਦੇ ਨੇ ਨਾ। ਜੇ ਆਪਾਂ ਇੱਥੋਂ ਜੇ ਚੁੱਕੀਏ ਤਾਂ ਫਿਰ ਉਹ ਇੱਕ ਨੀਚੇ ਹੋ ਜਾਂਦਾ, ਇੱਕ ਉੱਪਰ ਹੋ ਜਾਂਦਾ ਨਾ, ਤਾਂ ਇਹ ਚੀਜ਼ ਹੋ ਜਾਂਦੀ ਹੈ, ਠੀਕ ਹੈ। ਇਹਦਾ ਸੈਂਟਰ ਆਫ ਮਾਸ ਇੱਥੇ ਲਾਈ ਕਰਦਾ ਵਾ। ਕਾਹਤੋਂ ਕਰਦਾ, ਕਿਉਂਕਿ ਇਹ ਕੀ ਯੂਨੀਫਾਰਮ ਹੈ, ਮਤਲਬ ਕਿ ਯੂਨੀਫਾਰਮ ਮਤਲਬ ਕਿ ਜਿਹੜਾ ਮਾਸ ਹੈਗਾ ਵਾ ਸਾਰੇ ਪਾਸੇ ਇਕੁਅਲੀ ਡਿਸਟਰੀਬਿਊਟ ਹੈਗਾ ਵੀ, ਸਾਰੇ ਪਾਰਟੀਕਲ ਇਕੁਅਲ ਮਾਸ ਦੇ ਹੈਗੇ ਨੇ, ਇਸ ਲਈ ਇਹਦਾ ਮਿਡ ਪੁਆਇੰਟ ਕੀ ਬਣ ਜਾਂਦਾ, ਇਹਦਾ ਸਾਡੇ ਕੋਲ ਸੈਂਟਰ ਆਫ ਮਾਸ ਬਣ ਜਾਂਦਾ, ਠੀਕ ਹੈ। ਇੰਨੀ ਚੀਜ਼ ਕਲੀਅਰ ਹੋ ਗਈ। ਉਸ ਤੋਂ ਬਾਅਦ ਅਗਰ ਆਪਾਂ ਇਸੇ ਹੀ ਰਿਲੇਸ਼ਨ ਨੂੰ ਪੋਜੀਸ਼ਨ ਵੈਕਟਰ ਦੇ ਬੇਸ 'ਤੇ ਲਿਖਣਾ ਹੋਵੇ, ਪੋਜੀਸ਼ਨ ਵੈਕਟਰ ਦੇ ਨਾਲ ਵਿੱਚ ਕਿਵੇਂ ਲਿਖਿਆ ਜਾਊਗਾ ਇਹ, ਪਹਿਲਾਂ ਇਹ ਚੀਜ਼ ਕਲੀਅਰ ਹੋ ਗਈ। ਪਹਿਲਾਂ ਆਪਾਂ ਕੀਤਾ ਰੋਟੇਸ਼ਨ ਆਫ, ਮਤਲਬ ਕਿ ਆਪਾਂ ਜਿਹੜਾ ਚੈਪਟਰ ਸ਼ੁਰੂ ਕੀਤਾ ਵਾ ਸੈਂਟਰ ਆਫ ਮਾਸ ਦੀ ਡੈਫੀਨੇਸ਼ਨ ਦਿੱਤੀ ਹੈਗੀ ਹੈ ਵੀ ਜਿਹਦੇ 'ਤੇ ਸਾਰਾ ਮਾਸ ਕੰਸਨਟਰੇਟ ਹੁੰਦਾ ਵਾ, ਉਹ ਪੁਆਇੰਟ ਹੈ ਨਾ, ਉਹ ਸੈਂਟਰ ਆਫ ਮਾਸ ਹੁੰਦਾ। ਫਿਰ ਆਪਾਂ ਸੈਂਟਰ ਆਫ ਮਾਸ ਕਿਸੇ ਸਿਸਟਮ ਦਾ ਕਿਵੇਂ ਫਾਈਂਡ ਕਰ ਸਕਦੇ ਹਾਂ, ਉਹਦਾ ਫਾਰਮੂਲਾ ਕੀ ਹੈ, x ਇਜ਼ ਇਕੁਅਲਸ ਟੂ m1 x1 ਪਲੱਸ m2 x2 ਓਵਰ m1 ਪਲੱਸ m2। ਤਾਂ ਹੁਣ ਉਸ ਤੋਂ ਬਾਅਦ ਜਦੋਂ ਮਾਸ ਦੋਨੇ ਬਰਾਬਰ ਹੋ ਗਏ ਤਾਂ ਉਹਦਾ ਸੈਂਟਰ ਆਫ ਮਾਸ ਕਿੱਥੇ ਸ਼ਿਫਟ ਕਰਦਾ ਹੈਗਾ ਵਾ, ਉਹਦੀ ਮਿਡ ਪੁਆਇੰਟ 'ਤੇ।
उस तो बाद साडे कोल की आ गया अपने पास, जदों असी करना हैगा वा, मान लो कि दो मास आ M1 एंड M2, ठीक है। दो मास अपने पास M1 M2, तो इहदे विच की होगा अपने पास जिहड़ा लैट से कि ये एक की पे हुए आ प्लेन च पे हुए ने, प्लेन च पे हुए ने। आ दा ओरिजिन है, आ एक्स एक्सिस है तो आ वाई एक्सिस है, ठीक है। आ एक्स एक्सिस है, आ वाई एक्सिस है। तो मेरे को इत्थे की आ गया, जिहड़ा M हैगा वा, M का अपना पोजीशन वैक्टर की लै लिया मैं R1 लै लिया, तो M2 का पोजीशन वैक्टर की लै लिया मैं R2 लै लिया, ठीक है। इहदे विच विचाले जी मान लो कि जिथे मर्जी मान लो भी इन्हां दोनों नूं जो ज्वाइन करती है लाइन, सॉरी इत्थे बनू, ठीक है। तो वो अपने पास की है इत्थे सी, मान लो कि सी इत्थे हैगा वा, सपोज करो। तो जिहड़ा सी हैगा वा ते उहदा पोजीशन वैक्टर की होगा, कैपिटल R लिख लो, ठीक है, वैक्टर साइन पाना उपर, ठीक है। लेट R1 बी पोजीशन वैक्टर with respect to origin, position vector of M1, ठीक है। let R2 be the position vector of M2 with respect to x, ओ let R be the position vector किंदा होना ये position vector of जो अपने को सी सेंटर ऑफ मास था, ठीक है। तो इसलिए जो पोजीशन वैक्टर किवें गिवन दिता जाऊगा, इसलिए जो आर हैगा वा जिथे एक्स से उत्थे आर पुट कर देनी है, M1 R1 प्लस M2 R2 ओवर M1 प्लस M2, ठीक है। तो ये तो साढ़े को की रिलेशन आऊगा जो M1 प्लस M2 हैगा वा, इनू इधर क्रॉस मल्टीप्लाई कर दो ना, इधर R वैक्टर इज इक्वल्स टू M1 R vector plus M2 R2 vector. Thus the product of total mass of the system and the position vector of the center of mass equals to the sum of the product of individual masses and their position vector, ठीक है। आ गया टोटल मास है, आ गई अपने पास पोजीशन वैक्टर किंदा वा सेंटर ऑफ मास का, अपने को एक इंडिविजुअल मास है, एक मास हैगा वो आंदा पोजीशन वैक्टर है, आ दूजा मास है तो उनका पोजीशन वैक्टर है। इन्होंने दोनों प्रोडक्ट करके बाद सम कर देना, वो कादे बराबर होगा भी दोनों जो सिस्टम का जो टोटल मास है उन्होंने जे आप पोजीशन वैक्टर ऑफ सेंटर ऑफ मास के नाल मल्टीप्लाई कर दिए, ठीक है। तो इहदे नाल साडे कोल जिहड़ा ए वाला रिलेशन हैगा इहदा आ गया। इहदे विच भी केस बन सकदा, देखो भी जदों दोनों भी M1 इक्वल्स टू M2 इक्वल्स टू M, जो दोनों पार्टिकल का जो मास आ बराबर हो जाए तो की होंदा वा, ठीक है। इस केस के विच की होगा, जदों अपने पास दोनों वैक्टर का मास जिहड़ा कि बराबर बन जाए, तो अपने पास जदों बराबर आ जाऊगा तो की होगा R इक्वल्स टू M R वैक्टर R1 वैक्टर M R2 वैक्टर ओवर R1 सॉरी M1 M ही आ गई ना, M कितना आ गया M कॉमन R1 वैक्टर प्लस R2 वैक्टर ओवर 2M, तो कैंसल हो गया, 2 नहीं कैंसल होया, M कैंसल होया, तो मेरे को लगेगा R1 वैक्टर प्लस R2 वैक्टर ओवर 2, ठीक है। तो R वैक्टर मेरे को क्या गया, इन्ना पोजीशन वैक्टर्स का मीन आ गया, ठीक है, ओके। अपने पास हुण जे अगर बाई चांस जिहड़ा सेंटर ऑफ मास हैगा वा वो रीजन ते लाई कर दे, ठीक है। इफ सेंटर ऑफ मास लाई एट ओरिजन, जे ओरिजन ते लाई कर जे फिर देखो हुण की आ सेंटर ऑफ मास इत्थे है ना, ओरिजन ते नहीं गया, जे यही शिफ्ट कर जे इत्थे कर जे तो जी आर हो जूगी साड़ी
ਆਹ ਇੱਥੋਂ ਲੈ ਕੇ ਇੱਥੇ ਸ਼ਿਫਟ ਕਰ ਗਿਆ ਹੈ ਨਾ, ਫਿਰ ਆਰ ਤਾਂ ਸਾਡੀ 0 ਹੋ ਗਈ। ਇਟ ਮੀਨਸ ਮਿਲ ਕੇ ਇਸ ਕੇਸ ਵਿੱਚ ਕੀ ਹੋ ਗਈ, ਆਰ 0 ਹੋ ਗਈ। ਅਤੇ ਆਪਾਂ ਫਾਰਮੂਲੇ ਵਿੱਚ ਆਰ 0 ਪੁੱਟ ਕਰ ਦਾਂਗੇ, ਤਾਂ ਆਨਸਰ ਕੀ ਆ ਜਾਊਗਾ। ਜਦੋਂ ਆਰ 0 ਪੁੱਟ ਕਰਾਂਗੇ ਤਾਂ ਆਹ ਵਾਲੀ ਟਰਮ ਤਾਂ ਸਾਰੀ 0 ਹੋ ਗਈ। ਜਦੋਂ ਆਰ 0 ਪੁੱਟ ਕਰਾਂਗੇ ਤਾਂ ਆਹ ਵਾਲੀ ਟਰਮ ਸਾਰੀ 0 ਹੋ ਗਈ। ਤਾਂ ਮੇਰੇ ਕੋਲ ਕੀ ਆ ਗਿਆ, m1 r1 ਫੈਕਟਰ ਪਲੱਸ m2 r2 ਵੈਕਟਰ ਇਕਲਸ ਟੂ 0, ਜਦੋਂ ਕਿ ਮੇਰੇ ਕੋਲ ਸੈਂਟਰ ਆਫ ਮਾਸ ਲਾਈ ਕਰਦਾ ਓਰੀਜਨ 'ਤੇ। ਠੀਕ ਹੈ। ਅਤੇ ਇਸੇ ਤਰ੍ਹਾਂ ਇਹ 2 ਪਾਰਟੀਕਲਸ ਦਾ ਕੀਤਾ ਸੀ, ਉਸੇ ਤਰ੍ਹਾਂ n ਪਾਰਟੀਕਲਸ ਦਾ ਵੀ ਕਰ ਸਕਦੇ ਹਾਂ। n ਪਾਰਟੀਕਲਸ ਦੇ ਲਈ ਅਸੀਂ n ਪਾਰਟੀਕਲ ਲੈ ਲਾਂਗੇ। n ਪਾਰਟੀਕਲਸ ਲਈ ਕੀ ਆਊਗਾ ਸਾਡੇ ਪਾਸ, x ਇਕਲਸ ਟੂ m1 x1 ਪਲੱਸ m2 x2, ਜਿੰਨੇ ਆਪਣੇ ਕੋਲ ਮਾਸ ਅਪ ਟੂ ਸੁਣ ਚੱਲੀ ਜਾਣਗੇ ਉਨੇ ਮਾਸ ਨਾਲ ਆਪਾਂ ਮਲਟੀਪਲਾਈ ਕਰ ਦੇਣਾ ਵਾ। ਠੀਕ ਹੈ, m2। ਇਹ ਸਾਡੇ ਕੋਲ ਜਨਰਲਾਈਜੇਸ਼ਨ ਰਿਜ਼ਲਟ ਆਉਂਦਾ ਵਾ। ਅਤੇ ਇਹਨੂੰ ਕਿਵੇਂ ਲਿਖਦੇ ਆਪਾਂ, ਹੁਣ ਆਹ ਦੇਖੋ ਆਹ ਇੰਨੇ ਸਾਰੇ ਆ, ਇਹਨੂੰ ਸਿਗਮਾ ਦੇ ਨਾਲ ਲਿਖਿਆ ਜਾਂਦਾ। ਸਮ ਹੈ ਨਾ ਸਮੀਸ਼ਨ, ਤਾਂ ਇਹਨੂੰ ਸਮੀਸ਼ਨ ਨਾਲ ਲਿਖਿਆ ਜਾਂਦਾ। ਸਮੀਸ਼ਨ ਕੀ ਹੈ, ਆਪਣੇ ਪਾਸ ਕਿੱਥੋਂ ਲੈ ਕੇ ਕਿੱਥੋਂ ਤੱਕ ਜਾ ਰਹੀ ਹੈ, ਜਿੱਥੋਂ ਸ਼ੁਰੂ ਹੋ ਰਹੀ ਹੈ, ਕਿੱਥੋਂ ਸ਼ੁਰੂ ਹੋ ਰਹੀ ਹੈ, 1 ਤੋਂ ਸ਼ੁਰੂ ਹੋ ਰਹੀ ਹੈ, ਨੀਚੇ ਲਿਖਣਾ ਉਹਨੂੰ। i ਇਜ਼ ਟੂ 1 ਤੋਂ ਸ਼ੁਰੂ ਹੋ ਰਹੀ ਹੈ, ਕਿੱਥੋਂ ਤੱਕ ਜਾ ਰਹੀ ਹੈ, n ਤੱਕ ਜਾ ਰਹੀ ਹੈ, ਅਤੇ n ਨੂੰ ਆਪਾਂ ਉੱਪਰ ਲਿਖਣਾ ਹੁੰਦਾ ਹੈ। ਠੀਕ ਹੈ, ਤਾਂ ਇੱਥੇ ਆਪਾਂ i ਲਿਖਿਆ ਹੈ ਨਾ, ਤਾਂ ਇਹਦੇ ਨਾਲ ਪੈਰ ਦੇ ਵਿੱਚ i ਆ ਜਾਊਗਾ। ਠੀਕ ਹੈ, ਓਵਰ ਦੇ ਵਿੱਚ ਉੱਦਾਂ ਹੀ ਫਿਰ ਸਮੀਸ਼ਨ i ਇਜ਼ ਟੂ 1, ਇਹ ਵੀ n ਤੱਕ ਹੀ ਜਾ ਰਹੀ ਹੈ, ਤਾਂ ਇੱਥੇ ਇਕੱਲਾ mi ਹੈ ਅਤੇ ਇੱਥੇ mi। ਠੀਕ ਹੈ, ਇੱਦਾਂ ਲਿਖ ਸਕਦੇ ਹਾਂ। ਠੀਕ ਹੈ, ਅਤੇ ਜੇ ਹੁਣ ਫਿਰ ਇਸ ਕੇਸ ਦੇ ਵਿੱਚ ਜੇ ਇਹ ਵਾਲਾ n ਪਾਰਟੀਕਲਸ ਦੇ ਕੇਸ ਵਿੱਚ ਵੀ ਜੇ ਸੈਂਟਰ ਆਫ ਮਾਸ ਲਾਈ ਕਰ ਗਿਆ ਓਰੀਜਨ 'ਤੇ, ਆਰ ਵੈਕਟਰ 0 ਹੋ ਜਾਊਗਾ ਸਾਡਾ, ਮਤਲਬ ਕਿ ਜਾਂ ਹੈਗਾ ਐਕਸ ਐਕਸਿਸ 'ਤੇ ਲਾਈਕ ਓਰੀਜਨ ਨੂੰ ਕਰ ਗਿਆ, ਤਾਂ ਆਪਣੇ ਪਾਸ ਕੀ ਹੋਊਗਾ, ਇਹਦੇ ਵਿੱਚ ਜਿਹੜੀ ਆਹ ਟਰਮ ਹੈਗੀ ਹੈ ਉਹ 0 ਦੇ ਬਰਾਬਰ ਆ ਜਾਊਗੀ। ਠੀਕ ਹੈ, ਆਪਣੇ ਕੋਲ ਇਹੀ ਚੀਜ਼ ਆਈ ਨਾ ਵੀ x ਇਜ਼ ਇਕਲਸ ਟੂ ਦਿਸ, ਮੈਨੂੰ ਦੱਸ ਦਿੰਦੀ ਹਾਂ। ਆਪਣੇ ਪਾਸ ਇੱਥੇ ਦੇਖੋ ਆਪਣੇ ਕੋਲ ਆਹ ਟਰਮ ਸੀ ਨਾ, x ਇਜ਼ ਇਕਲਸ ਟੂ m1 x1 ਪਲੱਸ m2 x2 ਅਪ ਟੂ ਸੋਨ n xn ਹੈ ਨਾ। ਆਪਾਂ ਲਿਖ ਸਕਦੇ ਹਾਂ ਨਾ ਦੂਜੇ ਕੇਸ ਦੇ ਵਿੱਚ, ਜਦੋਂ ਆਪਾਂ x ਐਕਸਿਸ 'ਤੇ ਲੈ ਕੇ ਕੀਤਾ ਸੀਗਾ। ਤਾਂ ਇਹਨੂੰ ਸਮੀਸ਼ਨ 'ਚ ਕਿਵੇਂ ਲਿਖਾਂਗੇ, ਸਮੀਸ਼ਨ i ਇਕਲਸ ਟੂ 1 ਟੂ n mi xi ਓਵਰ ਸਮੀਸ਼ਨ i ਇਜ਼ ਇਕਲਸ ਟੂ n mi। ਤਾਂ ਮੇਰੇ ਪਾਸ ਜਦੋਂ ਮੈਂ ਕਹਾਂ ਵੀ ਇਹ ਓਰੀਜਨ 'ਤੇ ਸ਼ਿਫਟ ਕਰ ਗਿਆ, ਤਾਂ ਜਦੋਂ ਮੇਰੇ ਕੋਲ ਓਰੀਜਨ ਦੇਖੋ ਆਪਣੇ ਕੋਲ ਆਹ ਸੀ ਨਾ m1 m2 m3 ਅਪ ਟੂ ਸੁਣ ਇੱਥੇ ਪਏ ਹੋਣਗੇ, ਓਰੀਜਨ ਮੇਰਾ ਇੱਥੇ ਹੋਊਗਾ। ਜਦੋਂ ਮੇਰਾ ਸੈਂਟਰ ਆਫ ਮਾਸ, ਮੰਨ ਲਓ ਮੇਰਾ ਸੈਂਟਰ ਆਫ ਮਾਸ ਇੱਥੇ ਆ, ਇਹਦਾ ਡਿਸਟੈਂਸ ਕੀ ਹੈ ਆਪਣੇ ਪਾਸ, ਇਹਦਾ x ਮੰਨਿਆ ਸੀ ਨਾ ਆਪਾਂ ਪਹਿਲੇ ਕੇਸ ਵਿੱਚ x ਮੰਨਿਆ ਸੀ। ਜਦੋਂ ਇਹ ਇੱਥੇ ਸ਼ਿਫਟ ਕਰ ਗਿਆ, ਇੱਥੇ ਸ਼ਿਫਟ ਕਰ ਗਿਆ, ਅਤੇ x ਕੀ ਹੋਊਗੀ 0। ਇਫ ਸੈਂਟਰ ਆਫ ਮਾਸ ਐਟ ਓਰੀਜਨ ਦੈਨ x ਇਜ਼ ਇਕਲਸ ਟੂ 0। ਇਸ ਲਈ ਮੇਰੇ ਕੋਲ ਆਹ ਸਾਰੀ ਟਰਮ ਕੀ ਬਣ ਗਈ, 0 ਬਣ ਜੂਗੀ। ਉੱਪਰ ਵਾਲੇ ਦੇਖੋ ਹੈ ਨਾ mi xi ਓਵਰ ਸਮੀਸ਼ਨ i ਇਕਲਸ ਟੂ n mi ਇਕਲਸ ਟੂ 0, ਵਿਚ ਇੰਪਲਾਈਜ਼ ਆ ਤਾਂ 0 ਹੋ ਗਈ, ਇੱਧਰ ਨਾਲ ਮਲਟੀਪਲਾਈ ਹੋ ਗਿਆ ਨਾ, ਅਤੇ ਮੇਰੇ ਕੋਲ ਸਿੱਧਾ ਆ ਗਿਆ mi xi ਇਕਲਸ ਟੂ 0। ਠੀਕ ਹੈ, ਆਹ ਰਿਜ਼ਲਟ ਆ ਜਾਊਗਾ। ਠੀਕ ਹੈ, ਉਸੇ ਤਰ੍ਹਾਂ ਹੀ ਆਰ ਵੈਕਟਰ ਦਾ ਆਰ ਵੈਕਟਰ ਦਾ ਵੀ ਉੱਦਾਂ ਹੀ ਕੱਢ ਲੈਣਾ, m1 r1 ਠੀਕ ਹੈ ਪਲੱਸ m2 r2 ਵੈਕਟਰ ਅਪ ਟੂ ਸੋਨ n r ਵੈਕਟਰ ਓਵਰ m1 ਪਲੱਸ m2 ਅਪ ਟੂ ਸੋਨ mn। ਸਮੀਸ਼ਨ 'ਚ ਲਿਖਣਾ i ਇਜ਼ ਇਕਲਸ ਟੂ 1 ਟੂ ਰੇਸਡ ਪਰ m mi ri। ਠੀਕ ਹੈ, ਓਵਰ ਸਮੀਸ਼ਨ i ਇਜ਼ ਇਕਲਸ ਟੂ 1 n mi। ਤਾਂ ਮੇਰੇ ਪਾਸ ਕੀ ਆ ਗਿਆ, ਇਹ ਰਿਜ਼ਲਟ ਆ ਗਿਆ। ਜਦੋਂ ਇਹ ਓਰੀਜਨ 'ਤੇ ਸ਼ਿਫਟ ਕਰ ਜਾਂਦਾ, ਇਹ ਓਰੀਜਨ 'ਤੇ ਸ਼ਿਫਟ ਕਰ ਜਾਂਦਾ, ਫਿਰ ਇਹਨੂੰ 0 ਲੈ ਲੈਣਾ ਨਾ। ਜਦੋਂ ਇਹ ਓਰੀਜਨ 'ਤੇ ਸ਼ਿਫਟ ਕਰ ਦਿੰਦਾ r 0, ਇਫ ਸੈਂਟਰ ਆਫ ਮਾਸ ਸ਼ਿਫਟ ਟੂ 0, ਤਾਂ ਉਸ ਕੇਸ ਵਿੱਚ ਮੇਰੇ ਕੋਲ ਕੀ ਆ ਜਾਊਗਾ, r 0 ਆ ਜੂਗੀ। r 0 ਆ ਗਈ ਤਾਂ ਮੇਰੇ ਕੋਲ ਆਹ ਵਾਲਾ ਸਾਰਾ ਰਿਲੇਸ਼ਨ ਇੱਥੇ 0 ਬਣ ਗਈ। ਤਾਂ ਮੇਰੇ ਕੋਲ ਇਹਦੇ ਤੋਂ ਕੀ ਆ ਗਿਆ, i ਇਜ਼ ਇਕਲਸ ਟੂ 1 n mi ri ਵੈਕਟਰ ਇਕਲਸ ਟੂ 0। ਆਹ ਚੀਜ਼ ਬਣ ਜੂਗੀ। ਠੀਕ ਹੈ, ਤਾਂ ਇੰਨੀ ਚੀਜ਼ ਕਰਨੀ ਆ।
ਓਕੇ।